हेलो फ्रेंड्स, आर के स्टडी मंच देख रहे सारे दर्शकों का स्वागत है। दिस वीडियो विल डेफिनेटली कवर द मेन इंपॉर्टेंट एस्पेक्ट ऑफ इंग्लिश। यस, ऑफ कोर्स, बिकॉज इन दिस वीडियो वी आर गोइंग टू डिस्कस अबाउट टेंसेस। सो वीडियो ਨੂੰ ਜ਼ਿਆਦਾ ਲੰਮਾ ਨਾ ਕਰਦੇ ਹੋਏ ਆਉਂਦੇ ਹਾਂ ਸਿੱਧਾ ਹੀ ਮੇਨ ਟੌਪਿਕ ਤੇ। ਟੈਂਸਸ ਨੂੰ ਵਧੀਆ ਤਰੀਕੇ ਨਾਲ ਸਮਝਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਹ ਜਾਣਾਂਗੇ ਕਿ ਟੈਂਸ ਹੁੰਦੇ ਕੀ ਨੇ। ਟੈਂਸ ਸ਼ੋਜ਼ ਦ ਟਾਈਮ ਆਫ ਐਕਸ਼ਨ ਐਂਡ ਇਟਸ ਡਿਗਰੀ ਆਫ ਕੰਪਲੀਟਨੈਸ। ਮੀਨਸ ਟੈਂਸ ਕਿਸੇ ਕੰਮ ਦਾ ਸਮਾਂ ਤੇ ਉਸ ਦੇ ਪੂਰਾ ਹੋਣ ਜਾਂ ਨਾ ਹੋਣ ਬਾਰੇ ਦੱਸਦੇ ਨੇ। ਟੈਂਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਾਲ ਬੁਲਾਉਂਦੇ ਹਾਂ। ਕਾਲ ਮੀਨਸ ਸਮਾਂ। ਨੈਕਸਟ, ਟਾਈਪਸ ਆਫ ਟੈਂਸ। ਸਟੂਡੈਂਟਸ, ਸਮਾਂ 3 ਤਰ੍ਹਾਂ ਦਾ ਹੁੰਦਾ ਹੈ, ਇਸ ਕਰਕੇ ਟੈਂਸ ਵੀ 3 ਤਰ੍ਹਾਂ ਦੇ ਹੋਣਗੇ। ਫਸਟ ਵਨ ਕੀ ਹੈ? ਜੋ ਪ੍ਰੈਜ਼ੈਂਟ ਹੁਣ ਦੇ ਸਮੇਂ ਨੂੰ ਜੋ ਡਿਨੋਟ ਕਰਦਾ ਹੈ ਉਹਨੂੰ ਅਸੀਂ ਪ੍ਰੈਜ਼ੈਂਟ ਬੋਲਦੇ ਹਾਂ। ਔਰ ਜੋ ਪਾਸਟ ਵਾਲੇ ਸਮੇਂ ਨੂੰ ਰੈਫਰ ਕਰੇ, ਜੋ ਬੀਤ ਚੁੱਕੇ ਸਮੇਂ ਨੂੰ ਰੈਫਰ ਕਰੇ ਪਾਸਟ, ਔਰ ਜੋ ਆਉਣ ਵਾਲੇ ਸਮੇਂ ਨੂੰ ਰੈਫਰ ਕਰੇ ਫਿਊਚਰ। ਤਾਂ ਇਸ ਤੋਂ ਬਣ ਗਏ 3 ਤਰ੍ਹਾਂ ਦੇ ਟੈਂਸ: ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ ਐਂਡ ਫਿਊਚਰ ਟੈਂਸ। These 3 are further divided into 4 parts। ਜੀ ਹਾਂਜੀ ਸਟੂਡੈਂਟਸ, ਇਹਨਾਂ ਤਿੰਨਾਂ ਟੈਂਸਸ ਦੇ ਅੱਗੇ 4 ਹੋਰ ਪਾਰਟਸ ਨੇ। ਤਾਂ ਆਓ ਦੇਖਦੇ ਹਾਂ ਕਿਹੜੇ ਕਿਹੜੇ ਨੇ। ਫਸਟ ਟਾਈਪ ਹੈ ਸਿੰਪਲ ਔਰ ਇੰਡੈਫੀਨੇਟ। ਸੈਕਿੰਡ ਵਨ ਇਜ਼ ਕੰਟੀਨਿਊਅਸ ਐਂਡ ਥਰਡ ਪਰਫੈਕਟ ਐਂਡ ਫੋਰਥ ਵਨ ਪਰਫੈਕਟ ਕੰਟੀਨਿਊਸ। ਇੱਥੇ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਚਾਹੇ ਟੈਂਸ ਪ੍ਰੈਜ਼ੈਂਟ ਦਾ ਹੈ, ਪਾਸਟ ਦਾ ਹੈ ਜਾਂ ਫਿਊਚਰ ਦਾ ਹੈ, ਇਹ ਚਾਰੋਂ ਦੇ ਚਾਰੇ ਸੇਮ ਹੀ ਰਹਿਣਗੇ। ਇਸ ਨੂੰ ਥੋੜ੍ਹਾ ਚਾਰਟ ਨਾਲ ਜਾਂ ਡਾਇਗਰਾਮ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕਿ ਈਜ਼ਲੀ ਸਮਝ ਆਉਣ ਵਾਲਾ ਹੈ। ਸਟੂਡੈਂਟਸ, ਜੇ ਸੱਚਮੁੱਚ ਹੀ ਟੈਂਸ ਬਾਰੇ ਸਿੱਖਣਾ ਚਾਹੁੰਦੇ ਹੋ ਤਾਂ ਇਸ ਡਾਇਗਰਾਮ ਨੂੰ ਜ਼ਰੂਰ ਨੋਟ ਕਰ ਲੈਣਾ। ਸਟੂਡੈਂਟਸ, ਆਹ 3 ਤਰ੍ਹਾਂ ਦੇ ਜੋ ਟੈਂਸ ਹੁੰਦੇ ਨੇ ਇਹਨਾਂ ਦੀਆਂ 4 ਕਿਸਮਾਂ ਹੁੰਦੀਆਂ ਨੇ। ਤਾਂ ਚਲੋ ਆਪਾਂ ਦੇਖਦੇ ਹਾਂ। ਜਦੋਂ ਪ੍ਰੈਜ਼ੈਂਟ ਦੇ ਨਾਲ ਸਿੰਪਲ ਵਾਲਾ ਜੋੜਦੇ ਹਾਂ ਤਾਂ ਉਹ ਬਣ ਜਾਂਦਾ ਸਿੰਪਲ ਪ੍ਰੈਜ਼ੈਂਟ। ਇੱਦਾਂ ਹੀ ਜਦੋਂ ਪਾਸਟ ਦੇ ਨਾਲ ਸਿੰਪਲ ਵਾਲਾ ਜੁੜੇਗਾ ਤਾਂ ਉਹ ਬਣੇਗਾ ਸਿੰਪਲ ਪਾਸਟ। ਔਰ ਇੱਦਾਂ ਹੀ ਸੇਮ ਫਿਊਚਰ ਦੇ ਨਾਲ ਜਦੋਂ ਜੁੜੇਗਾ ਤਾਂ ਉਹ ਬਣੇਗਾ ਸਿੰਪਲ ਫਿਊਚਰ। ਤਾਂ ਸੇਮ ਇੱਦਾਂ ਹੀ ਜਦੋਂ ਪ੍ਰੈਜ਼ੈਂਟ ਦੇ ਵਿੱਚ ਕੰਟੀਨਿਊਸ ਦੀ ਗੱਲ ਹੋਏਗੀ ਤਾਂ ਉਹ ਬਣੇਗਾ ਪ੍ਰੈਜ਼ੈਂਟ ਕੰਟੀਨਿਊਸ। ਜਦੋਂ ਪਾਸਟ ਦੇ ਵਿੱਚ ਕੰਟੀਨਿਊਸ ਦੀ ਗੱਲ ਹੋਏਗੀ ਤਾਂ ਉਹ ਬਣੇਗਾ ਪਾਸਟ ਕੰਟੀਨਿਊਸ। ਔਰ ਜਦੋਂ ਫਿਊਚਰ ਦੇ ਵਿੱਚ ਕੰਟੀਨਿਊਸ ਦੀ ਗੱਲ ਹੋਏਗੀ ਤਾਂ ਉਹ ਬਣੇਗਾ ਫਿਊਚਰ ਕੰਟੀਨਿਊਸ। ਤਾਂ ਇੱਦਾਂ ਹੀ ਸਟੂਡੈਂਟਸ, ਪ੍ਰੈਜ਼ੈਂਟ ਦੇ ਵਿੱਚ ਜਦੋਂ ਪਰਫੈਕਟ ਦੀ ਗੱਲ ਹੋਏਗੀ ਪ੍ਰੈਜ਼ੈਂਟ ਪਰਫੈਕਟ, ਜਦੋਂ ਪਾਸਟ ਦੇ ਵਿੱਚ ਪਰਫੈਕਟ ਦੀ ਗੱਲ ਹੋਏਗੀ ਪਾਸਟ ਪਰਫੈਕਟ ਐਂਡ ਫਿਊਚਰ ਦੇ ਵਿੱਚ ਫਿਊਚਰ ਪਰਫੈਕਟ। ਤਾਂ ਨੈਕਸਟ, ਪ੍ਰੈਜ਼ੈਂਟ ਅਤੇ ਪਰਫੈਕਟ ਕੰਟੀਨਿਊਸ ਨੂੰ ਮਿਲਾ ਕੇ ਬਣੇਗਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਇੱਦਾਂ ਹੀ ਪਾਸਟ ਪਰਫੈਕਟ ਕੰਟੀਨਿਊਸ ਅਤੇ ਇੱਦਾਂ ਹੀ ਫਿਊਚਰ ਅਤੇ ਫਿਊਚਰ ਪਰਫੈਕਟ ਕੰਟੀਨਿਊਸ। ਤਾਂ ਸਟੂਡੈਂਟਸ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪ੍ਰੈਜ਼ੈਂਟ ਦੀ ਪਹਿਲੀ ਕਿਸਮ ਸਿੰਪਲ ਪ੍ਰੈਜ਼ੈਂਟ, ਜਾਂ ਇਸ ਨੂੰ ਅਸੀਂ ਕਹਿ ਦਿੰਦੇ ਹਾਂ ਪ੍ਰੈਜ਼ੈਂਟ ਇੰਡੈਫੀਨੇਟ ਟੈਂਸ। ਸਟੂਡੈਂਟਸ, ਕਿਸੇ ਵੀ ਵਾਕ ਨੂੰ ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਕਨਵਰਟ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸੈਂਟੈਂਸ ਦੀ ਆਈਡੈਂਟੀਫਿਕੇਸ਼ਨ, ਕਿ ਉਸ ਦੀ ਪਹਿਚਾਣ ਕੀ ਹੈ। ਤਾਂ ਚਲੋ ਆਓ ਦੇਖਦੇ ਹਾਂ ਕੀ ਹੈ ਪਹਿਚਾਣ ਪ੍ਰੈਜ਼ੈਂਟ ਇੰਡੈਫੀਨੇਟ ਔਰ ਸਿੰਪਲ ਪ੍ਰੈਜ਼ੈਂਟ ਦੀ। ਜਿਨ੍ਹਾਂ ਸੈਂਟੈਂਸ ਦੇ ਵਾਕਾਂ ਦੇ ਅਖੀਰ ਦੇ ਵਿੱਚ ਦਾ, ਹਾਂ, ਦੇ ਹਨ, ਦੀਆਂ ਹਨ ਆਦਿ ਲੱਗਿਆ ਹੁੰਦਾ ਹੈ, ਉਹ ਵਾਲਾ ਹੁੰਦਾ ਜੀ ਸਿੰਪਲ ਪ੍ਰੈਜ਼ੈਂਟ ਟੈਂਸ। ਫੋਰ ਐਗਜ਼ਾਮਪਲ, ਰਾਮ ਕਿਤਾਬ ਪੜ੍ਹਦਾ ਹੈ, ਉਹ ਅੰਗਰੇਜ਼ੀ ਬੋਲਦੀ ਹੈ, ਅਸੀਂ ਸਕੂਲ ਜਾਂਦੇ ਹਾਂ। ਸਟੂਡੈਂਟਸ, ਅਸੀਂ ਕੀ ਵੇਖਿਆ ਕਿ ਇਹ ਸਾਰੇ ਸੈਂਟੈਂਸ ਦਾ, ਹਾਂ, ਦੇ ਹਨ, ਦੀਆਂ ਹਨ ਆਦਿ 'ਤੇ ਖ਼ਤਮ ਹੁੰਦੇ ਨੇ। ਇਸ ਕਰਕੇ ਸਾਰੇ ਦੇ ਸਾਰੇ ਪ੍ਰੈਜ਼ੈਂਟ ਇੰਡੈਫੀਨੇਟ ਟੈਂਸ ਦੇ ਸੈਂਟੈਂਸ ਨੇ। ਤਾਂ ਸਟੂਡੈਂਟਸ, ਇਸ ਤੋਂ ਇਲਾਵਾ ਹੋਰ ਤਰੀਕੇ ਨਾਲ ਵੀ ਇਸ ਟੈਂਸ ਦੀ ਪਹਿਚਾਣ ਕੀਤੀ ਜਾਂਦੀ ਹੈ। ਇਸ ਟੈਂਸ ਦੇ ਵਾਕ ਮੇਨਲੀ ਐਕਸਪ੍ਰੈਸ ਕਰਦੇ ਨੇ ਹੈਬਿਟ ਨੂੰ। ਜਿਵੇਂ ਅਮਨ ਕ੍ਰਿਕਟ ਖੇਡਦਾ ਹੈ, ਇੱਥੇ ਕੀ ਸ਼ੋ ਹੋ ਰਿਹਾ? ਇੱਕ ਹੈਬਿਟ। ਇਸ ਤਰ੍ਹਾਂ ਦੇ ਸੈਂਟੈਂਸ ਇਸ ਟੈਂਸ ਦੇ ਵਿੱਚ ਫੋਲ ਕਰਨਗੇ। ਤਾਂ ਨੈਕਸਟ ਕੀ ਹੈ? ਰੂਟੀਨ ਵਾਲੇ ਵਾਕ ਹੋ ਸਕਦੇ ਨੇ, ਜਿੱਦਾਂ ਉਹ ਹਰ ਰੋਜ਼ ਸਵੇਰੇ ਸੈਰ ਕਰਨ ਜਾਂਦਾ ਹੈ, ਇੱਥੇ ਕੀ ਸ਼ੋ ਹੋ ਰਿਹਾ? ਰੂਟੀਨ। ਇਸ ਤੋਂ ਇਲਾਵਾ ਯੂਨੀਵਰਸਲ ਟਰੂਥ ਵਾਲੇ ਵਾਕ ਹੋ ਸਕਦੇ ਨੇ,
ਜਿੱਦਾਂ ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਇੱਦਾਂ ਦੇ ਜਿੰਨੇ ਵੀ ਵਾਕ ਨੇ ਉਹ ਇਸ ਟੈਂਸ ਦੇ ਵਿੱਚ ਆਉਣਗੇ। ਤਾਂ ਸਟੂਡੈਂਟਸ ਇੱਥੇ ਪਰੇਸ਼ਾਨ ਹੋਣ ਵਾਲੀ ਗੱਲ ਬਿਲਕੁਲ ਨਹੀਂ, ਕਿਉਂਕਿ ਆਹ ਵਾਲੇ ਜਿੰਨੇ ਵਾਕ ਨੇ ਇਹਨਾਂ ਦੇ ਅਖੀਰ ਦੇ ਵਿੱਚ ਕੀ ਆ ਰਿਹਾ, ਦਾ ਹੈ, ਦੇ ਹਨ, ਦੀਆਂ ਹਨ, ਇਹਨਾਂ ਦੇ ਐਂਡ ਦੇ ਵਿੱਚ ਵੀ ਆ ਰਿਹਾ, ਤਾਂ ਪਹਿਚਾਣ ਈਜ਼ੀਲੀ ਹੋ ਜਾਂਦੀ ਹੈ। ਤਾਂ ਸਟੂਡੈਂਟਸ ਅਸੀਂ ਇਹ ਦੇਖ ਚੁੱਕੇ ਹਾਂ ਕਿ ਕਿਸ ਤਰੀਕੇ ਨਾਲ ਇਸ ਟੈਂਸ ਦੀ ਪਹਿਚਾਣ ਕਰਨੀ ਹੈ। ਤਾਂ ਚਲੋ ਆਉਂਦੇ ਹਾਂ ਹੁਣ ਰੂਲ ਵੱਲ। ਸਭ ਤੋਂ ਪਹਿਲਾਂ ਸਬਜੈਕਟ ਦੇ ਨਾਲ ਅਸੀਂ ਕੀ ਲਗਾਉਂਦੇ ਹਾਂ, ਫਸਟ ਫਾਰਮ ਆਫ ਵਰਬ ਐਂਡ ਦੈਨ ਆਬਜੈਕਟ। ਤਾਂ ਸਟੂਡੈਂਟਸ ਆਓ ਦੇਖਦੇ ਹਾਂ ਕਿ ਸਬਜੈਕਟ, ਆਬਜੈਕਟ ਅਤੇ ਵਰਬ ਕੀ ਹੁੰਦਾ ਹੈ। ਰਾਮ ਕਿਤਾਬ ਪੜ੍ਹਦਾ ਹੈ, ਇਸ ਸੈਂਟੈਂਸ ਦੇ ਵਿੱਚ ਰਾਮ ਕੀ ਹੋਏਗਾ, ਸਬਜੈਕਟ, ਕਿਉਂਕਿ ਰਾਮ ਦੁਆਰਾ ਕਿਸੇ ਕੰਮ ਨੂੰ ਕੀਤਾ ਜਾ ਰਿਹਾ ਹੈ ਅਤੇ ਜਿਸ ਚੀਜ਼ 'ਤੇ ਕੰਮ ਦਾ ਫੋਕਸ ਹੈ ਕਿ ਪੜ੍ਹ ਤਾਂ ਰਿਹਾ ਹੈ ਪਰ ਕੀ ਪੜ੍ਹ ਰਿਹਾ ਹੈ, ਕਿਤਾਬ, ਤਾਂ ਉਹ ਵਾਲਾ ਕੀ ਹੋਏਗਾ, ਆਬਜੈਕਟ। ਇਸ ਤੋਂ ਇਲਾਵਾ ਬਾਕੀ ਬਚਿਆ ਪੜ੍ਹਦਾ ਹੈ, ਇਹਨੂੰ ਅਸੀਂ ਡਿਨੋਟ ਕਰਦੇ ਹਾਂ ਵਰਬ ਦੇ ਨਾਲ, ਕਿਉਂਕਿ ਇਹ ਕਿਰਿਆ ਹੈ। ਪੜ੍ਹਨਾ, ਖਾਣਾ, ਪੀਣਾ, ਸੋਣਾ, ਇਹ ਸਾਰੀਆਂ ਕਿਰਿਆਵਾਂ ਨੇ, ਤਾਂ ਉਹ ਵਰਬ ਦੀ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ। ਤਾਂ ਚਲੋ ਸਟੂਡੈਂਟਸ ਰੂਲ ਦੇ ਅਕੋਰਡਿੰਗ ਇਹਨੂੰ ਆਪਾਂ ਸੋਲਵ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਸਬਜੈਕਟ ਹੈ, ਰੂਲ ਦੇ ਅਕੋਰਡਿੰਗ ਸਬਜੈਕਟ ਕੀ ਹੈ, ਰਾਮ, ਤਾਂ ਆਪਾਂ ਕੀ ਲਿਖਾਂਗੇ, ਰਾਮ। ਨੈਕਸਟ ਕੀ ਹੈ, ਫਸਟ ਫਾਰਮ ਆਫ ਵਰਬ, ਤਾਂ ਇੱਥੇ ਆਪਾਂ ਦੇਖਾਂਗੇ ਕਿ ਵਰਬ ਕੀ ਹੈ ਸੈਂਟੈਂਸ ਦੇ ਵਿੱਚ, ਵਰਬ ਕੀ ਹੈ, ਪੜ੍ਹਦਾ ਹੈ। ਪੜ੍ਹਨ ਦੀ ਇੰਗਲਿਸ਼ ਕੀ ਹੁੰਦੀ ਹੈ, ਰੀਡ, ਤਾਂ ਇੱਥੇ ਕੀ ਲਗਾਵਾਂਗੇ, ਰਾਮ ਰੀਡਸ। ਰੀਡ ਦੇ ਨਾਲ ਐਸ ਕਿੱਥੋਂ ਆਇਆ, ਇਹਨੂੰ ਅੱਗੇ ਡਿਫਾਈਨ ਕਰਦੇ ਹਾਂ। ਤਾਂ ਨੈਕਸਟ ਕੀ ਬਚਿਆ, ਕਿਤਾਬ ਯਾਨੀ ਕਿ ਬੁੱਕ, ਔਰ ਬੁੱਕ ਕੀ ਹੈ, ਆਬਜੈਕਟ, ਤਾਂ ਆਬਜੈਕਟ ਨੂੰ ਅਸੀਂ ਐਂਡ ਦੇ ਵਿੱਚ ਲਗਾ ਦਾਂਗੇ। ਤਾਂ ਪੂਰਾ ਸੈਂਟੈਂਸ ਕੀ ਬਣੇਗਾ, ਰਾਮ ਰੀਡਸ ਬੁੱਕ। ਤਾਂ ਆਓ ਸਟੂਡੈਂਟਸ ਅਸੀਂ ਹੁਣ ਦੇਖ ਲੈਂਦੇ ਹਾਂ ਐਸ ਜਾਂ ਈ ਐਸ ਦਾ ਯੂਜ਼ ਕਿੱਥੇ ਹੁੰਦਾ ਹੈ। ਤਾਂ ਐਸ ਅਤੇ ਈ ਐਸ ਦਾ ਯੂਜ਼ ਅਸੀਂ ਉੱਥੇ ਕਰਦੇ ਹਾਂ ਜਦੋਂ ਸਾਡੇ ਕੋਲ ਸਬਜੈਕਟ ਥਰਡ ਪਰਸਨ ਹੋਵੇ ਅਤੇ ਉਹ ਵੀ ਸਿੰਗੂਲਰ ਹੋਵੇ, ਤਾਂ ਉਦੋਂ ਫਸਟ ਫਾਰਮ ਆਫ ਵਰਬ ਦੇ ਨਾਲ ਅਸੀਂ ਐਸ ਜਾਂ ਈ ਐਸ ਲਗਾਵਾਂਗੇ। ਥਰਡ ਪਰਸਨ ਮੀਨਸ ਜਦੋਂ ਸਬਜੈਕਟ ਹੀ, ਸ਼ੀ, ਇਟ ਔਰ ਕੋਈ ਨੇਮ ਅਤੇ ਉਹ ਵੀ ਸਿੰਗੂਲਰ ਹੋਵੇ, ਤਾਂ ਉਦੋਂ ਫਸਟ ਫਾਰਮ ਆਫ ਵਰਬ ਦੇ ਨਾਲ ਅਸੀਂ ਕੀ ਲਗਾਉਂਦੇ ਹਾਂ, ਐਸ ਜਾਂ ਈ ਐਸ। ਨਾਓ ਲੈਟਸ ਟੇਕ ਸਮ ਐਗਜ਼ਾਮਪਲਸ। ਅਮਨ ਸਕੂਲ ਜਾਂਦਾ ਹੈ। ਤਾਂ ਸਟੂਡੈਂਟਸ ਜਿਵੇਂ ਆਪਾਂ ਡਿਫਾਈਨ ਕਰ ਚੁੱਕੇ ਹਾਂ ਕਿ ਅਮਨ ਹੈ ਸਬਜੈਕਟ, ਸਕੂਲ ਕੀ ਹੈ, ਆਬਜੈਕਟ ਹੈ, ਅਤੇ ਜਾਂਦਾ ਹੈ ਕੀ ਹੋਏਗਾ, ਵਰਬ। ਤਾਂ ਸਭ ਤੋਂ ਪਹਿਲਾਂ ਸਬਜੈਕਟ ਹੁੰਦਾ ਹੈ, ਸਬਜੈਕਟ ਕੀ ਹੈ, ਅਮਨ, ਦੈਨ ਹੁੰਦੀ ਵਰਬ, ਫਸਟ ਫਾਰਮ ਆਫ ਵਰਬ, ਤਾਂ ਜਾਂਦਾ ਹੈ ਮੀਨਸ ਗੋ। ਹੁਣ ਆਪਾਂ ਕੀ ਦੇਖਣਾ ਹੈ ਕਿ ਅਮਨ ਜੋ ਹੈ ਉਹ ਥਰਡ ਪਰਸਨ ਹੈ ਔਰ ਸਿੰਗੂਲਰ ਹੈ, ਇਸ ਲਈ ਆਪਾਂ ਫਸਟ ਫਾਰਮ ਆਫ ਵਰਬ ਦੇ ਨਾਲ ਕੀ ਲਗਾਉਂਦੇ ਹਾਂ, ਐਸ ਜਾਂ ਈ ਐਸ। ਤਾਂ ਈ ਐਸ ਲਗਾਇਆ ਐਂਡ ਦੈਨ ਪ੍ਰੈਪੋਜੀਸ਼ਨ ਦੇ ਰੂਪ ਦੇ ਵਿੱਚ ਟੂ ਲਗਾਇਆ, ਐਂਡ ਨੈਕਸਟ ਲਾਸਟ ਦੇ ਵਿੱਚ ਅਸੀਂ ਕੀ ਲਗਾਉਂਦੇ ਹੁੰਦੇ ਹਾਂ, ਆਬਜੈਕਟ। ਤਾਂ ਆਬਜੈਕਟ ਕੀ ਹੈ, ਸਕੂਲ, ਤਾਂ ਇੱਥੇ ਕੀ ਆਏਗਾ, ਸਕੂਲ, ਅਮਨ ਗੋਜ਼ ਟੂ ਸਕੂਲ। ਨੈਕਸਟ ਲੈ ਲੈਂਦੇ ਹਾਂ, ਉਹ ਕ੍ਰਿਕਟ ਖੇਡਦੇ ਹਨ। ਤਾਂ ਸਟੂਡੈਂਟਸ ਇੱਥੇ ਦੇਖੋ, ਉਹ ਮੀਨਸ ਜ਼ਿਆਦਾ ਦੀ ਗੱਲ ਹੋ ਰਹੀ ਹੈ, ਮੀਨਸ ਸਿੰਗੂਲਰ ਦੀ ਗੱਲ ਨਹੀਂ ਹੋ ਰਹੀ, ਤਾਂ ਆਪਾਂ ਕੀ ਕਰਾਂਗੇ, ਉਹ ਦੇ, THEO ਦੇ। ਨੈਕਸਟ ਕੀ ਖੇਡਦੇ ਹਨ, ਫਸਟ ਫਾਰਮ ਆਫ ਵਰਬ ਪਲੇ, ਤਾਂ ਇੱਥੇ ਸਿੰਗੂਲਰ ਨਹੀਂ ਹੈ, ਇਸ ਕਰਕੇ ਐਸ ਜਾਂ ਈ ਐਸ ਨਹੀਂ ਲਗਾਉਣਾ। ਐਂਡ ਦੈਨ ਲਾਸਟ 'ਤੇ ਆਬਜੈਕਟ, ਆਬਜੈਕਟ ਕੀ ਹੈ, ਕ੍ਰਿਕਟ, ਤਾਂ ਲਾਸਟ ਵਿੱਚ ਕ੍ਰਿਕਟ, ਦੇ ਪਲੇ ਕ੍ਰਿਕਟ। ਤਾਂ ਸਟੂਡੈਂਟਸ ਨੈਕਸਟ ਕਰਦੇ ਹਾਂ ਆਪਾਂ ਨੈਗੇਟਿਵ ਸੈਂਟੈਂਸ। ਨੈਗੇਟਿਵ ਸੈਂਟੈਂਸ ਨੂੰ ਕਰਨ ਤੋਂ ਪਹਿਲਾਂ ਆਪਾਂ ਇਹ ਦੇਖ ਲੈਂਦੇ ਹਾਂ ਵੇਅਰ ਵੀ ਪੁੱਟ ਈ ਐਸ। ਜੀ ਹਾਂਜੀ ਸਟੂਡੈਂਟਸ, ਮੇਨਲੀ ਇਸ ਗੱਲ ਦੀ ਕਨਫਿਊਜ਼ਨ ਰਹਿੰਦੀ ਹੈ ਕਿ ਐਸ ਕਿੱਥੇ ਯੂਜ਼ ਕਰਨਾ ਹੈ ਅਤੇ ਈ ਐਸ ਕਿੱਥੇ ਯੂਜ਼ ਕਰਨਾ ਹੈ। ਤਾਂ ਚਲੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਈ ਐਸ ਕਿੱਥੇ ਯੂਜ਼ ਹੁੰਦਾ। ਇਸ ਤੋਂ ਇਲਾਵਾ ਜਿੱਥੇ ਈ ਐਸ ਯੂਜ਼ ਨਹੀਂ ਹੁੰਦਾ ਤਾਂ ਉੱਥੇ ਕੀ ਯੂਜ਼ ਕਰਾਂਗੇ, ਓਨਲੀ ਐਸ। ਜਦੋਂ ਕੋਈ ਵਰਬ OSS SH CH X ਅਤੇ Z 'ਤੇ ਖ਼ਤਮ ਹੁੰਦੀ ਹੈ, ਮਤਲਬ ਐਂਡ ਹੁੰਦੀ ਹੈ, ਤਾਂ ਉੱਥੇ ਅਸੀਂ ਈ ਐਸ ਯੂਜ਼ ਕਰਾਂਗੇ। ਫੋਰ ਐਗਜ਼ਾਮਪਲ ਗੋ ਤੋਂ ਬਣਿਆ ਗੋਜ਼, ਮਿਸ ਮਿਸਿਸ, ਵਾਸ਼ ਵਾਸ਼ਰਸ, ਇੱਦਾਂ ਹੀ ਟੀਚ ਟੀਚਸ, ਮਿਕਸ ਮਿਕਸਸ, ਐਂਡ ਕੁਇਜ਼ ਕੁਇਜ਼। ਸੈਕਿੰਡ ਰੂਲ, ਜਦੋਂ ਕੋਈ ਵਰਬ ਵਾਈ 'ਤੇ ਖ਼ਤਮ ਹੁੰਦੀ ਹੈ
ਤੇ ਉਸ ਵਰਡ ਦਾ ਸੈਕਿੰਡ ਲਾਸਟ ਜੋ ਅੱਖਰ ਹੈ ਉਹ ਕੰਸੋਨੈਂਟ ਹੁੰਦਾ ਹੈ, ਤਾਂ ਅਸੀਂ ਯੂਜ਼ ਕਰਦੇ ਹਾਂ ਵਾਈ ਨੂੰ ਕੱਟ ਕੇ IES। ਤਾਂ ਚਲੋ ਇਸ ਨੂੰ ਸਮਝਦੇ ਹਾਂ ਵਿਦ ਐਗਜ਼ਾਮਪਲਸ। ਫੋਰ ਐਗਜ਼ਾਮਪਲ ਟਰਾਈ, TRY ਟਰਾਈ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਸੈਕਿੰਡ ਲਾਸਟ ਲੈਟਰ ਹੈ ਉਹ ਆਰ ਹੈ, ਮੀਨਸ ਉਹ ਕੌਨਸੋਨੈਂਟ ਹੈ, ਵੋਲਸ ਨਹੀਂ ਹੈਗਾ। ਵੋਲ ਕਿਹੜੇ ਕਿਹੜੇ ਹੁੰਦੇ ਨੇ? AEIO ਐਂਡ U। ਤਾਂ ਆਪਾਂ ਇੱਥੇ ਕੀ ਦੇਖਣਾ ਹੈ ਕਿ ਵਾਈ ਤੋਂ ਪਹਿਲਾਂ ਵਾਲਾ ਜਿਹੜਾ ਲੈਟਰ ਹੈ ਸਾਡੇ ਕੋਲ ਜੋ ਅੱਖਰ ਹੈ ਉਹ ਇਹਨਾਂ ਦੇ ਵਿੱਚੋਂ ਅਗਰ AIOU ਦੇ ਵਿੱਚੋਂ ਅਗਰ ਨਹੀਂ ਹੈਗਾ, ਮੀਨਸ ਕੌਨਸੋਨੈਂਟ ਹੈ, ਤਾਂ ਆਪਾਂ ਕੀ ਲਗਾਉਂਦੇ ਆ? ਵਾਈ ਨੂੰ ਕੱਟ ਕੇ IES। ਅਤੇ ਜੇ ਉਹ ਕਿਸੇ ਵੋਵਲ ਦੇ ਵਿੱਚੋਂ ਹੈ ਤਾਂ ਆਪਾਂ ਲਗਾਉਣਾ ਸਿਰਫ ਔਰ ਸਿਰਫ S। ਨਾਓ ਲੈਟਸ ਟੇਕ ਸਮ ਐਗਜ਼ਾਮਪਲਸ ਆਫ ਨੈਗੇਟਿਵ ਸੈਂਟੈਂਸ। ਤਾਂ ਇਸ ਦਾ ਰੂਲ ਹੋਏਗਾ ਸਬਜੈਕਟ, ਉਸ ਤੋਂ ਬਾਅਦ ਅਸੀਂ ਲਗਾਉਣਾ ਡੂ ਨਾਟ ਜਾਂ ਡਜ਼ ਨਾਟ, ਐਂਡ ਦੈਨ ਫਸਟ ਫਾਰਮ ਆਫ ਵਰਬ ਐਂਡ ਦੈਨ ਆਬਜੈਕਟ। ਸਟੂਡੈਂਟਸ ਡੂ ਨਾਟ ਅਤੇ ਡਜ਼ ਨਾਟ ਬਿਲਕੁਲ ਵੀ ਔਖਾ ਨਹੀਂ, ਤਾਂ ਚਲੋ ਇਹਦਾ ਰੂਲ ਵੀ ਦੇਖ ਲਈਏ। ਜਿੱਥੇ ਸਬਜੈਕਟ IU V ਦੇ ਅਤੇ ਪਲੂਰਲ ਹੋਏਗਾ, ਮੀਨਸ ਬਹੁਵਚਨ ਹੋਏਗਾ, ਤਾਂ ਅਸੀਂ ਯੂਜ਼ ਕਰਦੇ ਹਾਂ ਡੂ ਨਾਟ। ਐਂਡ ਇਸ ਤੋਂ ਓਪੋਜ਼ਿਟ ਜਦੋਂ ਸਾਡੇ ਕੋਲ ਸਬਜੈਕਟ ਹੀ ਸ਼ੀ ਇਟ ਐਂਡ ਸਿੰਗੂਲਰ ਹੈ, ਮੀਨਸ ਇੱਕ ਵਚਨ ਹੈ, ਤਾਂ ਅਸੀਂ ਯੂਜ਼ ਕਰਦੇ ਹਾਂ ਡਜ਼ ਨਾਟ। ਤਾਂ ਆਪਣੇ ਕੋਲ ਸੈਂਟੈਂਸ ਹੈ ਅਮਨ ਕਿਤਾਬ ਨਹੀਂ ਪੜ੍ਹਦਾ ਹੈ। ਤਾਂ ਸਟੂਡੈਂਟਸ ਹੁਣ ਤੁਹਾਨੂੰ ਸਭ ਕੁਝ ਪਤਾ ਹੈ ਕਿ ਸਬਜੈਕਟ ਕੀ ਹੈ, ਓਬਜੈਕਟ ਕੀ ਹੈ ਅਤੇ ਵਰਬ ਕੀ ਹੈ। ਤਾਂ ਸਭ ਤੋਂ ਪਹਿਲਾਂ ਸਬਜੈਕਟ ਮੀਨਸ ਅਮਨ। ਅਮਨ ਕੀ ਹੈ? ਅਮਨ ਇੱਕ ਵਚਨ ਹੈ, ਸਿੰਗੂਲਰ ਦੀ ਗੱਲ ਹੋਈ ਸੀ। ਅਮਨ ਡਜ਼ ਨਾਟ, ਫਸਟ ਫਾਰਮ ਆਫ ਵਰਬ ਪੜ੍ਹਦਾ ਹੈ ਰੀਡ। ਇੱਥੇ SEIS ਨਹੀਂ ਲੱਗਣਾ ਕਿਉਂਕਿ S ਔਰ ES ਦਾ ਯੂਜ਼ ਅਸੀਂ ਸਿਰਫ ਅਫਰਮੇਟਿਵ ਸੈਂਟੈਂਸ ਯਾਨੀ ਹਾਂਵਾਚਕ ਸੈਂਟੈਂਸ ਦੇ ਵਿੱਚ ਕਰਦੇ ਹਾਂ, ਨਾਵਾਚਕ ਅਤੇ ਪ੍ਰਸ਼ਨਵਾਚਕ ਦੇ ਵਿੱਚ ਉਹਨਾਂ ਦਾ ਯੂਜ਼ ਨਹੀਂ ਹੁੰਦਾ। ਐਂਡ ਦੈਨ ਆਬਜੈਕਟ, ਆਬਜੈਕਟ ਕੀ ਹੈ? ਕਿਤਾਬ, ਬੁੱਕ। ਤਾਂ ਸੈਂਟੈਂਸ ਕੀ ਹੋ ਗਿਆ? ਅਮਨ ਡਜ਼ ਨਾਟ ਰੀਡ ਦਾ ਬੁੱਕ। ਸੈਕਿੰਡ ਲੈ ਲੈਂਦੇ ਹਾਂ, ਉਹ ਸਕੂਲ ਨਹੀਂ ਜਾਂਦੇ ਹਨ। ਤਾਂ ਇੱਥੋਂ ਸ਼ੋ ਹੋ ਰਿਹਾ ਕਿ ਉਹ ਇੱਕ ਤੋਂ ਜ਼ਿਆਦਾ ਨੇ, ਇਸ ਲਈ ਜਦੋਂ ਜ਼ਿਆਦਾ ਹੋਣ ਤਾਂ ਉਹ ਮੀਨਸ ਦੇ ਡੂ ਨਾਟ ਔਰ ਡਜ਼ ਨਾਟ ਦੇ ਵਿੱਚੋਂ ਅਸੀਂ ਲਗਾਵਾਂਗੇ ਡੂ ਨਾਟ ਰੂਲ ਦੇ ਅਕੋਰਡਿੰਗ। ਐਂਡ ਨੈਕਸਟ ਕੀ ਜਾਂਦੇ ਹਨ? ਵਰਬ, ਫਸਟ ਫਾਰਮ ਆਫ ਵਰਬ ਗੋ। ਇੱਥੇ S ਜਾਂ ES ਨਹੀਂ ਲਗਾਉਣਾ ਕਿਉਂਕਿ S ਜਾਂ ES ਹਮੇਸ਼ਾ ਲੱਗੇਗਾ ਅਫਰਮੇਟਿਵ ਸੈਂਟੈਂਸ ਯਾਨੀ ਕਿ ਹਾਂਵਾਚਕ ਸੈਂਟੈਂਸ ਦੇ ਵਿੱਚ। ਐਂਡ ਦੈਨ ਪ੍ਰੈਪੋਜੀਸ਼ਨ ਦੇ ਤੌਰ 'ਤੇ ਟੂ। ਐਂਡ ਦੈਨ ਆਬਜੈਕਟ ਕੀ ਹੈ ਸਾਡੇ ਕੋਲ? ਸਕੂਲ। ਤਾਂ ਪੂਰਾ ਸੈਂਟੈਂਸ ਕੀ ਬਣਿਆ? ਦੇ ਡੋਂਟ ਗੋ ਟੂ ਸਕੂਲ। ਤਾਂ ਚਲੋ ਹੁਣ ਐਗਜ਼ਾਮਪਲ ਲੈਂਦੇ ਹਾਂ ਇੰਟੈਰੋਗੇਟਿਵ ਸੈਂਟੈਂਸ ਦੀ। ਇੰਟੈਰੋਗੇਟਿਵ ਸੈਂਟੈਂਸ ਹੁੰਦੇ ਨੇ ਪ੍ਰਸ਼ਨਵਾਚਕ, ਜਿਨ੍ਹਾਂ ਦੇ ਵਿੱਚ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ। ਤਾਂ ਚਲੋ ਆਓ ਇਹਦਾ ਰੂਲ ਕੀ ਹੈ ਦੇਖਦੇ ਹਾਂ। ਡੂ ਡਜ਼ ਨੂੰ ਆਪਾਂ ਸਬਜੈਕਟ ਤੋਂ ਪਹਿਲਾਂ ਲਗਾ ਦੇਣਾ ਇਹਦੇ 'ਚ, ਔਰ ਨੈਕਸਟ ਕੀ ਹੈ? ਸਬਜੈਕਟ, ਦੈਨ ਫਸਟ ਫਾਰਮ ਆਫ ਵਰਬ ਐਂਡ ਦੈਨ ਆਬਜੈਕਟ, ਐਂਡ ਲਾਸਟ 'ਤੇ ਸਾਈਨ ਆਫ ਇੰਟੈਰੋਗੇਟਿਵ। ਤਾਂ ਆਪਣੇ ਕੋਲ ਸੈਂਟੈਂਸ ਹੈ ਕੀ ਅਮਨ ਸਕੂਲ ਜਾਂਦਾ ਹੈ। ਤਾਂ ਇੱਥੇ ਵੀ ਆਪਾਂ ਸਭ ਤੋਂ ਪਹਿਲਾਂ ਸਬਜੈਕਟ ਨੂੰ ਹੀ ਦੇਖਣਾ ਹੈ। ਇੱਥੇ ਸਬਜੈਕਟ ਕੀ ਹੈ? ਅਮਨ ਹੈ, ਸਬਜੈਕਟ ਅਮਨ ਹੈ ਔਰ ਹੈਵੀ ਸਿੰਗੂਲਰ। ਸਿੰਗੂਲਰ ਦੇ ਨਾਲ ਆਪਾਂ ਯੂਜ਼ ਕਰਦੇ ਸੀ ਡਜ਼, ਤਾਂ ਉਹ ਵਾਲਾ ਡਜ਼ ਇੱਥੇ ਆਪਾਂ ਪਹਿਲਾਂ ਲੈ ਕੇ ਆਉਣਾ ਡਜ਼ ਅਮਨ। ਐਂਡ ਦੈਨ ਫਸਟ ਫਾਰਮ ਗੋ, ਦੈਨ ਟੂ ਐਂਡ ਲਾਸਟ 'ਤੇ ਆਬਜੈਕਟ ਸਕੂਲ, ਅਤੇ ਐਂਡ 'ਤੇ ਅਸੀਂ ਇੰਟੈਰੋਗੇਟਿਵ ਸਾਈਨ ਲਗਾਵਾਂਗੇ। ਨੈਕਸਟ ਲੈ ਲੈਂਦੇ ਹਾਂ ਕੀ ਉਹ ਸਕੂਲ ਨਹੀਂ ਜਾਂਦੇ ਹਨ। ਤਾਂ ਇੱਥੇ ਦੇਖੋ, ਇੱਥੇ ਇੰਟੈਰੋਗੇਟਿਵ ਦੇ ਨਾਲ ਨਾਲ ਨਹੀਂ ਵੀ ਆ ਰਿਹਾ, ਮੀਨਸ ਨਾਟ ਵੀ ਯੂਜ਼ ਕਰਨਾ ਹੈ। ਤਾਂ ਉਹਦੇ ਲਈ ਅਸੀਂ ਕੀ ਕਰਦੇ ਹਾਂ? ਨਾਟ ਨੂੰ ਹਮੇਸ਼ਾ ਸਬਜੈਕਟ ਤੋਂ ਬਾਅਦ ਰੱਖਦੇ ਹਾਂ, ਬਾਕੀ ਸਾਰਾ ਸੇਮ ਹੀ ਰਹਿੰਦਾ। ਤਾਂ ਸਭ ਤੋਂ ਪਹਿਲਾਂ ਕੀ ਆਪਾਂ ਸਬਜੈਕਟ ਦੇਖਾਂਗੇ। ਸਬਜੈਕਟ ਹੋਏਗਾ ਉਹ, ਮੀਨਸ ਦੇ, ਕਿਉਂਕਿ ਜ਼ਿਆਦਾ ਨੇ। ਤਾਂ ਦੇ ਨਾਲ ਆਪਾਂ ਯੂਜ਼ ਕਰਦੇ ਹਾਂ ਡੂ। ਤਾਂ ਓਵਰ ਡੂ ਆਪਾਂ ਕੀ ਲਗਾਇਆ? ਸਭ ਤੋਂ ਪਹਿਲਾਂ ਡੂ ਐਂਡ ਦੈਨ ਸਬਜੈਕਟ ਦੇ। ਐਂਡ ਸਟੂਡੈਂਟਸ ਇੱਥੇ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿੱਥੇ ਇੰਟੈਰੋਗੇਟਿਵ ਸੈਂਟੈਂਸ ਦੇ ਵਿੱਚ ਨਹੀਂ ਵਾਲਾ ਆਉਂਦਾ ਹੈ, ਮਤਲਬ ਨੈਗੇਟਿਵ ਵੀ ਹੁੰਦਾ ਹੈ, ਤਾਂ ਆਪਾਂ ਨੋਟ ਯੂਜ਼ ਕਰਦੇ ਹੁੰਦੇ ਹਾਂ ਸਬਜੈਕਟ ਤੋਂ ਬਾਅਦ, ਮੀਨਸ ਡੂ ਦੇ
not, and then verb ਤੁਹਾਨੂੰ ਪਤਾ ਹੀ ਹੈ go and to, and last the object means school। ਤਾਂ ਪੂਰਾ ਸੈਂਟੈਂਸ ਕੀ ਬਣਿਆ ਜੀ, do they not go to school, ਤੇ ਲਾਸਟ 'ਤੇ ਅਸੀਂ ਲਗਾਵਾਂਗੇ ਇੰਟਰੋਗੇਟਿਵ ਸਾਈਨ। ਆਈ ਹੋਪ ਯੂ ਰੀਅਲੀ ਇੰਜੋਏ ਦਾ ਟੋਪਿਕ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਗੁੱਡ ਬਾਏ।